ਸਵਾਗਤ ਹੈ ਦੋਸਤੋ ਤੁਹਾਡਾ ਆਪਣਾ ਸਾਂਝਾ ਪੰਜਾਬ ਟੀਵੀ ਤੇ ਮੈਂ ਹਾਂ ਭੁਪਿੰਦਰ ਸਿੰਘ ਸੱਜਣ। ਦੋਸਤੋ ਛੋਟੇ ਛੋਟੇ ਹੁੰਦੇ ਸੀਗੇ ਜਦੋਂ ਉਦੋਂ ਤੋਂ ਲੈ ਕੇ ਹੁਣ ਤੱਕ ਲਗਾਤਾਰ ਸੁਣਦੇ ਆਏ ਆ ਕਿ ਜਦੋਂ ਦੀਵਾਲੀ ਦਾ ਦਿਨ ਹੁੰਦਾ ਹੈ ਤੇ ਉਦੋਂ ਹੀ ਬੰਦੀ ਛੋੜ ਦਿਵਸ ਵੀ ਹੁੰਦਾ ਹੈਗਾ। ਬੰਦੀ ਛੋੜ ਦਿਵਸ ਕੀ ਹੁੰਦਾ ਹੈਗਾ ਉਹਦੇ ਬਾਰੇ ਪਹਿਲਾਂ ਛੋਟੇ ਛੋਟੇ ਜਦੋਂ ਹੁੰਦੇ ਸੀ ਤਾਂ ਬਹੁਤਾ ਪਤਾ ਹੀ ਨਹੀਂ ਹੁੰਦਾ ਸੀਗਾ ਕਿ ਬੰਦੀ ਛੋੜ ਦਿਵਸ ਕੀ ਹੈ। ਸਤਿਗੁਰ ਬੰਦੀ ਛੋੜ ਹੈ ਜੀਵਨ ਮੁਕਤ ਕਰੈ ਉਡੀਣਾ। ਗੁਰਬਾਣੀ ਦੀਆਂ ਪੰਕਤੀਆਂ ਨਾਲ ਚੱਲਦੀਆਂ ਹੁੰਦੀਆਂ ਸੀ। ਗੁਰਬਾਣੀ ਦਾ ਕੀਰਤਨ ਦਰਬਾਰ ਸਾਹਿਬ ਤੋਂ ਸੁਣਦੇ ਹੁੰਦੇ ਸੀ ਨਾਲ। ਸੋ ਮਨ ਦੇ ਵਿੱਚ ਇਹ ਖਿਆਲ ਆਉਂਦਾ ਸੀਗਾ ਕਿ ਸਤਿਗੁਰ ਬੰਦੀ ਛੋੜ ਹੈ ਵੀ ਗੁਰੂ ਸਾਹਿਬ ਜੀ ਬੰਦੀ ਛੋੜ ਨੇ, ਉਹ ਬੰਧਨਾਂ ਤੋਂ ਮੁਕਤ ਕਰ ਦਿੰਦੇ ਨੇ, ਜੀਵਨ ਮੁਕਤ ਕਰੈ ਉਡੀਣਾ। ਸੋ ਇਸ ਤਰੀਕੇ ਦੇ ਨਾਲ ਅਰਥ ਮਨ ਵਿੱਚ ਮਾੜੇ ਮੋਟੇ ਆਉਂਦੇ ਹੁੰਦੇ ਸੀਗੇ। ਫਿਰ ਜਦੋਂ ਹੌਲੀ ਹੌਲੀ ਵੱਡੇ ਹੋਏ, ਇਤਿਹਾਸ ਪੜ੍ਹਨਾ ਸ਼ੁਰੂ ਕੀਤਾ ਤੇ ਫਿਰ ਇਸ ਗੱਲ ਦੀ ਸਮਝ ਆਉਣ ਲੱਗੀ ਕਿ 52 ਜਿਹੜੇ ਹਿੰਦੂ ਰਾਜੇ ਸੀਗੇ ਉਹਨਾਂ ਨੂੰ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾ ਕਰਵਾ ਕੇ ਨਾਲ ਲੈ ਕੇ ਆਏ ਸੀਗੇ। ਵੀ ਇਸ ਗੱਲ ਦੇ ਨਾਲ ਵੀ ਉਹ ਗੱਲ ਜੋੜੀ ਜਾਂਦੀ ਹੈ ਵੀ ਬੰਦੀ ਛੋੜ ਦਿਵਸ, ਵੀ ਗੁਰੂ ਸਾਹਿਬ ਜੀ ਉਹਨਾਂ ਨੂੰ ਰਿਹਾ ਕਰਵਾ ਕੇ ਲੈ ਕੇ ਆਏ ਸੀਗੇ। ਮੈਂ ਕੁਝ ਗੱਲਾਂ ਕਰਨੀਆਂ ਚਾਹੁੰਦਾ ਅੱਜ ਜਿਹੜੇ ਉਹ 52 ਹਿੰਦੂ ਰਾਜੇ ਰਿਹਾ ਹੋਏ ਸੀਗੇ ਗੁਰੂ ਸਾਹਿਬ ਜੀ ਦੀ ਬਦੌਲਤ, ਜਿਹੜੇ ਅਗਾਂਹ ਉਹਨਾਂ ਦੇ ਵਾਰਸ ਨੇ। ਅੱਜ ਮੈਂ ਵੇਖਦਾ ਕਿ ਪੂਰੀ ਦੁਨੀਆ ਦੇ ਵਿੱਚ ਜਿੱਥੇ ਜਿੱਥੇ ਵੀ ਸਿੱਖ ਵਸਦੇ ਨੇ, ਜਿੱਥੇ ਇੱਕ ਇਕੱਲਾ ਕਹਿਰਾ ਸਿੱਖ ਵੀ ਵਸਦਾ ਹੈਗਾ, ਅੱਜ ਉਹ ਪੂਰੀ ਦੁਨੀਆ ਵਿੱਚ ਸੋਸ਼ਲ ਮੀਡੀਆ ਦੇ ਰਾਹੀਂ ਹੋਰ ਵੱਖ-ਵੱਖ ਸਾਧਨਾਂ ਦੇ ਰਾਹੀਂ ਇਹ ਗੱਲ ਸ਼ੇਅਰ ਕਰਦਾ ਹੈਗਾ ਕਿ ਅੱਜ ਦੇ ਦਿਨ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ ਸਾਰਿਆਂ ਨੂੰ। ਸੋ ਮੁਬਾਰਕਾਂ ਦਿੰਦੇ ਆ ਕਿ ਅੱਜ ਦੇ ਦਿਨ ਆਹ ਕੁਝ ਵਾਪਰਿਆ ਸੀ। ਅੱਜ ਦੇ ਦਿਨ 6ਵੇਂ ਪਾਤਸ਼ਾਹ ਜੀ ਗਵਾਲੀਅਰ ਦੇ ਕਿਲੇ ਵਿੱਚੋਂ 52 ਰਾਜਿਆਂ ਨੂੰ ਰਿਹਾ ਕਰਵਾ ਕੇ ਲੈ ਕੇ ਆਏ ਸੀਗੇ। ਬੇਨਤੀ ਕਰਾਂ ਜਿਨ੍ਹਾਂ ਨੂੰ ਰਿਹਾ ਕਰਵਾ ਕੇ ਲਿਆਂਦਾ ਗਿਆ ਸੀਗਾ, ਮੈਂ ਉਹਨਾਂ 52 ਰਾਜਿਆਂ ਦੀ ਗੱਲ ਕਰਦਾ, ਉਹਨਾਂ ਦੇ ਗਾਂ ਵਾਰਸ ਹੋਣਗੇ। ਉਹਨਾਂ ਦੇ ਜਿਹੜੇ ਗਾਂ ਵਾਰਸ ਹੈਗੇ ਨੇ ਹਿੰਦੂ ਰਾਜਿਆਂ ਦੇ, ਉਹਨਾਂ ਵਿੱਚੋਂ ਕਿੰਨਿਆਂ ਕੁ ਜਣਿਆਂ ਨੂੰ ਤੁਸੀਂ ਦੇਖਦੇ ਹੋ ਕਿ ਉਹ ਇਸ ਕਿਸਮ ਦੀਆਂ ਵਧਾਈਆਂ ਦਿੰਦੇ ਨੇ ਵੀ ਵਧਾਈ ਹੋਵੇ ਜੀ, ਅੱਜ ਦੇ ਦਿਨ ਰਿਹਾ ਹੋ ਕੇ ਆਏ ਸੀਗੇ ਸਾਡੇ ਜਿਹੜੇ ਰਾਜੇ ਸਾਡੇ ਪੁਰਖੇ ਸੀਗੇ ਔਰ ਗੁਰੂ ਸਾਹਿਬ ਜੀ ਦੀ ਬਦੌਲਤ ਉਹ ਰਿਹਾ ਹੋ ਗਏ ਸੀਗੇ। ਕਿੰਨੇ ਕੁ ਲੋਕ ਨੇ ਉਹ। ਸੋ ਮੈਂ 4 ਕੁ ਗੱਲਾਂ ਉਹਨਾਂ ਲੋਕਾਂ ਦੇ ਨਾਲ ਕਰਨੀਆਂ ਚਾਹੁੰਦਾ ਸੀਗਾ, ਇਸ ਕਰਕੇ ਮੈਂ ਇੱਕ ਛੋਟੀ ਜਿਹੀ ਵੀਡੀਓ ਬਣਾ ਰਿਹਾ ਹੈਗਾ। ਬੇਨਤੀ ਕਰਾਂ ਜਦੋਂ ਇਤਿਹਾਸ ਦੇ ਪੱਤਰੇ ਫਰੋਲਦੇ ਆ ਨਾ, ਤੁਸੀਂ ਗੂਗਲ 'ਤੇ ਜਾ ਕੇ ਸਰਚ ਕਰਨ ਦੀ ਕੋਸ਼ਿਸ਼ ਕਰਕੇ ਵੇਖਿਓ, ਤੁਹਾਨੂੰ ਉੱਥੋਂ 52 ਉਹਨਾਂ ਹਿੰਦੂ ਰਾਜਿਆਂ ਦਾ ਜਮਾਂ ਹੀ ਕੋਈ ਇਤਿਹਾਸ ਨਹੀਂ ਲੱਭਦਾ ਹੈਗਾ ਵੀ ਕੌਣ ਸੀਗੇ ਉਹ 52 ਰਾਜੇ, ਉਹਨਾਂ ਨੂੰ ਕਿਉਂ ਕੈਦ ਕੀਤਾ ਗਿਆ ਸੀਗਾ, ਉਹਨਾਂ ਨੂੰ ਕੈਦ ਕਰਨ ਦੀ ਵਜ੍ਹਾ ਕੀ ਸੀਗੀ, ਕਿੱਥੋਂ ਕਿੱਥੋਂ ਦੇ ਰਹਿਣ ਵਾਲੇ ਸੀਗੇ। ਗੂਗਲ ਤੋਂ ਜਾ ਕੇ ਜਦੋਂ ਤੁਸੀਂ ਸਰਚ ਕਰੋਗੇ ਤਾਂ ਤੁਹਾਨੂੰ ਉੱਥੋਂ ਕੁਝ ਵੀ ਨਹੀਂ ਲੱਭਦਾ ਹੈਗਾ। ਮੈਂ ਬੇਨਤੀ ਕਰਾਂ ਕੇਵਲ ਤੇ ਕੇਵਲ ਆਹੀ ਗੱਲ ਲੱਭਦੀ ਆ ਗੂਗਲ 'ਤੇ ਜਾ ਕੇ ਸਰਚ ਕੀਤਿਆਂ ਵੀ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਰਿਹਾ ਕਰਵਾਇਆ ਸੀਗਾ। ਬਸ ਇਸ ਤੋਂ ਜ਼ਿਆਦਾ ਹੋਰ ਤੁਹਾਨੂੰ ਗੂਗਲ ਤੋਂ ਕੁਝ ਵੀ ਨਹੀਂ ਲੱਭਦਾ। ਸੋ ਅਗਲੇ ਇਹ ਗੱਲ ਕਹਿ ਸਕਦੇ ਆ ਕਿ ਇੱਦਾਂ ਦਾ ਕੁਝ ਹੋਇਆ ਹੀ ਨਹੀਂ ਹੈਗਾ। ਅਗਲੇ ਕਹਿ ਸਕਦੇ ਆ ਕਿ ਕਿਸੇ ਨੇ ਕਿਸੇ ਨੂੰ ਕੋਈ ਰਿਹਾ ਨਹੀਂ ਕਰਵਾਇਆ ਜੀ, ਸਾਡੇ ਕੋਈ ਰਾਜੇ ਨਹੀਂ ਰਿਹਾ ਕਰਵਾਏ। ਸੋ ਇਸ ਤਰੀਕੇ ਦੇ ਨਾਲ ਉਹ ਗੱਲ ਕਰ ਸਕਦੇ ਆ। ਮੈਂ ਬੇਨਤੀ ਕਰਾਂ ਕਿ ਗਵਾਲੀਅਰ ਦਾ ਜਿਹੜਾ ਕਿਲਾ ਹੈਗਾ, ਮੈਂ ਪੜ੍ਹਿਆ ਸੁਣਿਆ, ਤੁਹਾਡੇ ਵਿੱਚੋਂ ਵੀ ਬਹੁਤ ਸਾਰੇ ਸੱਜਣਾਂ ਨੂੰ ਇਸ ਗੱਲ ਦਾ ਪਤਾ ਹੋਊਗਾ। ਇਤਿਹਾਸ ਹੋਰ ਬਹੁਤ ਸਾਰਿਆਂ ਨੇ ਲਿਖਿਆ ਹੈਗਾ, ਤੁਸੀਂ ਉਹ ਇਤਿਹਾਸ ਪੜ੍ਹ ਸਕਦੇ ਹੋ। ਸਿੱਖ ਇਤਿਹਾਸ ਨੂੰ ਪੜ੍ਹੋ, ਗੂਗਲ ਨੂੰ ਛੱਡ ਕੇ ਤੁਸੀਂ ਉੱਥੋਂ ਪੜ੍ਹੋਗੇ ਜਦੋਂ ਤੁਹਾਨੂੰ ਬਹੁਤ ਕੁਝ ਉੱਥੋਂ ਸੁਣਨ ਨੂੰ ਤੇ ਪੜ੍ਹਨ ਨੂੰ ਮਿਲੂਗਾ। ਜਿਵੇਂ ਆਪਾਂ ਮੁਗਲਾਂ ਦੇ ਸਮੇਂ ਦੀ ਗੱਲ ਕਰਦੇ ਹਾਂ, ਉਸ ਵੇਲੇ ਜਹਾਂਗੀਰ ਦਾ ਰਾਜ ਸੀਗਾ, ਜੇ ਪਹਿਲਾਂ ਬਾਬਰ ਦਾ ਰਾਜ ਸੀਗਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਮੇਂ, ਫਿਰ ਜਹਾਂਗੀਰ ਆਉਂਦਾ ਹੈਗਾ। ਇੱਦਾਂ ਸਟੈਪ ਬਾਈ ਸਟੈਪ ਅੱਗੇ ਚੱਲਦੇ ਆ ਔਰੰਗਜ਼ੇਬ ਵੀ ਆਉਂਦਾ ਹੈਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਮੇਂ 'ਤੇ। ਸੋ ਚਲੋ ਖੈਰ, ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਇਹ ਆ ਵੀ ਜਦੋਂ ਕਿਸੇ ਦਾ ਰਾਜ ਹੁੰਦਾ ਹੈਗਾ ਤੇ ਉਹ ਲੋਕ ਜਿਹੜੀਆਂ ਉੱਥੋਂ ਦੇ ਹੋਰ ਵਸੰਦੇ ਹੁੰਦੇ ਨੇ, ਜਦੋਂ ਉਹਨਾਂ ਦੀ ਨੀਅਤ ਮਾੜੀ ਹੋਵੇ, ਜਦੋਂ ਉਹਨਾਂ ਦੇ ਵਿੱਚ ਇਹ ਭੂਤ ਸਵਾਰ ਹੋ ਜਾਵੇ ਕਿ ਜਿਸ ਧਰਮ ਤੋਂ ਅਸੀਂ ਬਿਲੋਂਗ ਕਰਦੇ ਹਾਂ ਉਸੇ ਹੀ ਕਿਸਮ ਦੇ ਸਾਰੇ ਲੋਕ ਹੋਣੇ ਚਾਹੀਦੇ ਆ ਤੇ ਦੂਜਿਆਂ ਨੂੰ ਅਸੀਂ ਜਮਾਂ ਹੀ ਬਰਦਾਸ਼ਤ ਨਹੀਂ ਕਰਦੇ ਤੇ ਦੂਜਿਆਂ ਨੂੰ ਤਾਂ ਅਸੀਂ ਗੁਲਾਮ ਬਣਾ ਕੇ ਰੱਖਣਾ। ਜਦੋਂ ਆਹ ਵਾਲਾ ਭੂਤ ਸਵਾਰ ਹੋ ਜਾਵੇ ਨਾ ਕਿਸੇ ਵੀ ਰਾਜੇ ਦੇ ਦਿਮਾਗ ਦੇ ਉੱਪਰ, ਤਾਂ ਉਹ ਬੜਾ ਹੀ ਘਾਤਕ ਹੁੰਦਾ ਹੈਗਾ ਉਸ ਮੁਲਕ ਦੇ ਲੋਕਾਂ ਦੇ ਵਾਸਤੇ। ਆਪਾਂ ਸਾਰੇ ਜਣੇ ਇਤਿਹਾਸ ਤੋਂ ਬਾਖੂਬੀ ਵਾਕਿਫ ਹੈਗੇ ਆ ਕਿ ਜਦੋਂ ਵੀ ਉਹਨਾਂ ਦੇ ਰਾਜ ਰਹੇ ਆ, ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਗੁਰਬਾਣੀ ਦੇ ਵਿੱਚ ਵੀ ਹਵਾਲਾ ਦੇ ਕੇ ਗੱਲ ਕੀਤੀ ਆ ਕਿ ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਜੋਰੀ ਮੰਗਿਆ ਦਾਨਵੇ ਲਾਲੋ। ਵੀ ਬਾਬਰ ਹਮਲਾਵਰ ਹੋ ਕੇ ਆਉਂਦਾ ਇੱਥੇ ਇਸ ਭਾਰਤ ਦੇ ਵਿੱਚ ਤੇ ਜੋਰੀ ਮੰਗਿਆ ਦਾਨਵੇ ਲਾਲੋ। ਵੀ ਬਹੁਤ ਜ਼ਿਆਦਾ ਕਤਲੇਆਮ ਹੁੰਦੀ ਹੈਗੀ ਆ, ਧੀਆਂ ਭੈਣਾਂ ਦੀ ਬੇਪਤੀ ਹੁੰਦੀ ਹੈ। ਗਜ਼ਨੀ ਦੇ ਬਾਜ਼ਾਰਾਂ ਦਾ ਜ਼ਿਕਰ ਆਉਂਦਾ ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ, ਤੇ ਗਜ਼ਨੀ ਦੇ ਬਾਜ਼ਾਰਾਂ ਦੇ ਵਿੱਚ ਟਕੇ ਦੇ ਭਾਅ ਇੱਥੋਂ ਦੀ ਇਸ ਹਿੰਦੁਸਤਾਨ ਦੀ ਇਸ ਭਾਰਤ ਦੀ ਜਿਹੜੀ ਪੱਤ ਸੀ ਉਹ ਉੱਥੇ ਇਸ ਤਰੀਕੇ ਦੇ ਨਾਲ ਨਿਲਾਮ ਕੀਤੀ ਗਈ। ਸੋ ਆਪਾਂ ਸਾਰੇ ਜਾਣਦੇ ਹਾਂ ਵੀ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਇਹਨਾਂ ਲੋਕਾਂ ਦੇ ਉੱਪਰ ਜ਼ੁਲਮ ਕੀਤੇ ਸੀਗੇ। ਮੈਂ ਬੇਨਤੀ ਕਰਾਂ ਜਿਨ੍ਹਾਂ ਦੇ ਉੱਪਰ ਜ਼ੁਲਮ ਕੀਤੇ ਸੀਗੇ, ਜਦੋਂ ਉਹ ਮਾੜਾ ਜਿਹਾ ਵੀ
ਹਾਂ ਦਾ ਨਾਰਾ ਮਾਰਦੇ ਸੀਗੇ ਜਾਂ ਮਾੜਾ ਮੋਟਾ ਵੀ ਕਿਤੇ ਕੁਸਕਦੇ ਸੀਗੇ ਕਿ ਨਹੀਂ ਸਾਡੇ ਨਾਲ ਤੁਸੀਂ ਧੱਕਾ ਕਰਦੇ ਹੋ, ਸਾਡੇ ਨਾਲ ਤੁਸੀਂ ਵਧੀਕੀ ਕਰਦੇ ਹੋ, ਤਾਂ ਉਸ ਵੇਲੇ ਫੜ ਕੇ ਉਹਨਾਂ ਦੇ ਉੱਪਰ ਫੇਰ ਜ਼ੁਲਮ ਹੁੰਦੇ ਸੀਗੇ। ਸੋ ਇਸ ਤਰੀਕੇ ਦੇ ਨਾਲ ਜਿਹੜੇ ਉਹ 52 ਹਿੰਦੂ ਰਾਜੇ ਸੀਗੇ ਉਹਨਾਂ ਨੂੰ ਵੀ ਕਿਸੇ ਨਾ ਕਿਸੇ ਵਜ੍ਹਾ ਕਰਕੇ ਗਵਾਲੀਅਰ ਦੇ ਉਸ ਕਿਲੇ ਦੇ ਵਿੱਚ ਕੈਦ ਕੀਤਾ ਹੋਇਆ ਸੀਗਾ। ਔਰ ਦੱਸਦੇ ਆ ਇਤਿਹਾਸ ਪਤਾ ਜਦੋਂ ਲੱਗਦਾ ਭਈ ਉਹਨਾਂ ਵਿੱਚੋਂ ਜਿਉਂਦਾ ਕੋਈ ਵੀ ਮੁੜ ਕੇ ਬਾਹਰ ਨਹੀਂ ਸੀ ਆਇਆ। ਵੱਖ-ਵੱਖ ਢੰਗ ਤਰੀਕਿਆਂ ਦੇ ਨਾਲ ਉਹਨਾਂ ਨੂੰ ਖੁਰਾਕ ਕੁਛ ਇਸ ਕਿਸਮ ਦੇ ਨਾਲ ਦਿੱਤੀ ਜਾਂਦੀ ਸੀ ਅੰਦਰ ਭਈ ਉਹ ਖੁਰਾਕ ਖਾ ਕੇ ਜਾਂ ਉਹਨੂੰ ਉਹ ਜਿਵੇਂ ਕੋਈ ਹੋਰ ਨਸ਼ੇ ਲਾ ਲਓ ਇਸ ਤਰੀਕੇ ਨਾਲ ਦਿੱਤੇ ਜਾਂਦੇ ਸੀਗੇ ਕਿ ਉਹ ਅੰਦਰ ਹੀ ਮਰ ਜਾਂਦੇ ਸੀਗੇ। ਸੋ ਉਹਨਾਂ ਦੀ ਲਾਸ਼ ਹੀ ਬਾਹਰ ਆਉਂਦੀ ਸੀਗੀ, ਉਹ ਜਿਉਂਦੇ ਜੀ ਕਦੀ ਬਾਹਰ ਨਹੀਂ ਆ ਸਕੇ। ਸੋ ਇਸ ਤਰੀਕੇ ਦਾ ਮਾਹੌਲ ਸੀਗਾ ਗਵਾਲੀਅਰ ਦਾ ਜਿਹੜਾ ਉਹ ਕਿਲਾ ਸੀਗਾ। ਉਹਦੇ ਅੰਦਰ ਬੜਾ ਹੀ ਲੰਮਾ ਚੌੜਾ ਕਿਲਾ ਹੈਗਾ, ਉਹ ਕਈ ਮੀਲ ਇੱਧਰ ਨੂੰ ਉੱਧਰ ਨੂੰ ਸੱਜੇ ਖੱਬੇ ਨੂੰ ਫੈਲਿਆ ਹੋਇਆ। ਸੋ ਕਾਫੀ ਉੱਚਾ ਹੈਗਾ, ਉਹ ਇੱਕ ਅਲੱਗ ਗੱਲ ਹੈਗੀ ਆ, ਉਹਦੇ ਬਾਰੇ ਕਿਤੇ ਫਿਰ ਗੱਲ ਕਰਾਂਗੇ ਕਿ ਗਵਾਲੀਅਰ ਦਾ ਕਿਲਾ ਵੈਸੇ ਤੁਸੀਂ ਗੂਗਲ ਤੇ ਜਾ ਕੇ ਸਰਚ ਕਰ ਸਕਦੇ ਹੋ ਗਵਾਲੀਅਰ ਦਾ ਕਿਲਾ ਕਿੰਨੀ ਉਹਦੀ ਉਚਾਈ ਹੈ ਤੇ ਕਿੰਨੀ ਲੰਬਾਈ ਚੌੜਾਈ ਬਕਾਇਦਾ ਵਗੈਰਾ। ਉਹ ਗੱਲ ਕੋਈ ਬਹੁਤ ਮਹੱਤਵ ਨਹੀਂ ਰੱਖਦੀ ਜਿਸ ਵਿਸ਼ੇ ਤੇ ਆਪਾਂ ਗੱਲ ਕਰ ਰਹੇ ਹਾਂ। ਸੋ ਉਹਦੇ ਵਿੱਚੋਂ ਕੋਈ ਜਿਉਂਦਾ ਨਹੀਂ ਸੀ ਵਾਪਸ ਆਇਆ। ਹੁਣ ਜਦੋਂ ਗੁਰੂ ਪਾਤਸ਼ਾਹ ਜੀ ਨੂੰ ਉੱਥੇ ਕੈਦ ਕਰਕੇ ਰੱਖਿਆ ਗਿਆ, ਵਜ੍ਹਾ ਕੀ ਸੀ ਆਪਾਂ ਸਾਰੇ ਜਾਣਦੇ ਹਾਂ। ਮੈਂ ਸੰਖੇਪ ਜਿਹਦੇ ਵਿੱਚ ਦੱਸ ਦਿੰਦਾ। 6ਵੇਂ ਪਾਤਸ਼ਾਹ ਜੀ ਨੇ ਗੁਰੂ ਸਿੱਖਾਂ ਨੂੰ ਇਹ ਗੱਲ ਆਖੀ ਵੀ ਗੁਰੂ ਪਿਆਰੇ ਸਿੱਖੋ ਵੀ ਤੁਸੀਂ ਜਦੋਂ ਵੀ ਦਰਸ਼ਨ ਦੀਦਾਰੇ ਕਰਨ ਵਾਸਤੇ ਆਉਣਾ ਹੈ ਤਾਂ ਤੁਸੀਂ ਵਧੀਆ ਸ਼ਸਤਰ ਵਧੀਆ ਘੋੜੇ ਲੈ ਕੇ ਆਉਣਾ ਹੈ। ਅੱਜ ਸਾਨੂੰ ਜ਼ਰੂਰਤ ਹੈ ਵਧੀਆ ਜਵਾਨੀਆਂ ਦੀ, ਭਾਵ ਕਿ ਸਾਨੂੰ ਨੌਜਵਾਨ ਜਿਹੜੇ ਰਿਸ਼ਟ ਪੁਸ਼ਟ ਹੋਣ, ਜਿਹੜੇ ਤੰਦਰੁਸਤ ਹੋਣ, ਸਿਹਤਾਂ ਬਣਾਓ ਆਪਣੀਆਂ, ਵਰਜਿਸ਼ ਕਰੋ, ਤੰਦਰੁਸਤ ਰਹੋ, ਵਧੀਆ ਖੁਰਾਕ ਖਾਓ, ਸਾਨੂੰ ਅੱਜ ਉਸ ਚੀਜ਼ ਦੀ ਜ਼ਰੂਰਤ ਹੈ। ਪਾਤਸ਼ਾਹ ਜੀ ਨੇ ਦਰਬਾਰ ਸਾਹਿਬ ਦੇ ਬਿਲਕੁਲ ਸਾਹਮਣੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ ਹੈ। ਬੇਨਤੀ ਕਰਾਂ ਹੁਣ ਜਿਹੜੇ ਫੈਸਲੇ ਇੱਥੋਂ ਦੀ ਜਿਹੜੀ ਉਸ ਵੇਲੇ ਦੀ ਹਕੂਮਤ ਸੀਗੀ ਜਹਾਂਗੀਰ ਵੀ ਜਹਾਂਗੀਰ ਦੇ ਦਰਬਾਰ ਵਿੱਚ ਹੋਣੇ ਆ, ਹੁਣ ਸਿੱਖਾਂ ਦੇ ਸਾਰੇ ਫੈਸਲੇ ਉਸ ਤਖਤ ਦੇ ਉੱਪਰ ਹੋਣੇ ਸ਼ੁਰੂ ਹੋ ਗਏ। ਜਹਾਂਗੀਰ ਭਲਾ ਕਿੱਦਾਂ ਬਰਦਾਸ਼ਤ ਕਰ ਸਕਦਾ ਸੀਗਾ। ਇੱਥੇ ਪਿੰਡ ਦਾ ਕੋਈ ਇੱਕ ਛੋਟਾ ਜਿਹਾ ਘੜਾਮ ਚੌਧਰੀ ਹੋਵੇ ਨਾ, ਜੇ ਉਹਨੂੰ ਲੱਗੇ ਕਿ ਹਾਂ ਵੀ ਪਿੰਡ ਦੇ ਜਿੰਨੇ ਮਸਲੇ ਹੈਗੇ ਆ ਸਾਰੇ ਲੋਕੀ ਮੇਰੇ ਕੋਲ ਲੈ ਕੇ ਆਉਂਦੇ ਆ ਤੇ ਟੌਰ ਟੱਪਾ ਜਿਹਾ ਬਣਦਾ ਉਹਦਾ। ਹੁਣ ਜੇ ਉਹਨੂੰ ਪਤਾ ਲੱਗਣ ਲੱਗ ਪਵੇ ਨਾ ਵੀ ਮੇਰੇ ਤੋਂ ਇਲਾਵਾ ਪਿੰਡ ਦੇ ਵਿੱਚ ਕੋਈ ਹੋਰ ਵੀ ਸਿਆਣਾ ਸੂਝਵਾਨ ਹੈਗਾ ਵੀ ਹੁਣ ਫਲਾਣੇ ਟੱਬਰ ਦਾ ਹੁਣ ਜਦੋਂ ਕੋਈ ਪੰਗਾ ਪਿਆ ਤਾਂ ਹੁਣ ਉਹ ਮੇਰੇ ਕੋਲ ਨਹੀਂ ਆਇਆ ਤੇ ਉਹਦੇ ਕੋਲ ਚਲਾ ਗਿਆ, ਉਹਨੂੰ ਬੜੀ ਤਕਲੀਫ ਹੁੰਦੀ ਆ। ਸੋ ਉਹ ਤੇ ਸਮੇਂ ਦੇ ਰਾਜੇ ਸੀਗੇ, ਉਹ ਤੇ ਇੱਥੋਂ ਦੇ ਲੋਕਾਂ ਨੂੰ ਐਨ ਚੰਗੀ ਤਰ੍ਹਾਂ ਗੁਲਾਮ ਬਣਾ ਕੇ ਤੇ ਆਪਣੇ ਤੇ ਡਿਪੈਂਡ ਕਰਕੇ ਰੱਖਣਾ ਚਾਹੁੰਦੇ ਸੀਗੇ। ਉਹ ਭਲਾ ਕਿੱਦਾਂ ਬਰਦਾਸ਼ਤ ਕਰ ਸਕਦੇ ਸੀਗੇ ਕਿ 6ਵੇਂ ਪਾਤਸ਼ਾਹ ਜੀ ਜਹਾਂਗੀਰ ਦੇ ਤਖਤ ਦੇ ਬਰਾਬਰ ਉਸ ਤੋਂ ਵੀ ਉੱਚਾ ਤਖਤ ਬਣਾ ਲੈਣ, ਉਹ ਨਹੀਂ ਸੀ ਬਰਦਾਸ਼ਤ ਕਰ ਸਕਦੇ। ਸੋ ਉਹਨਾਂ ਨੇ ਬਰਦਾਸ਼ਤ ਨਹੀਂ ਕੀਤਾ। ਉਹਨਾਂ ਨੇ ਗੁਰੂ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲੇ ਦੇ ਵਿੱਚ ਆਨੇ ਬਹਾਨੇ ਕੈਦ ਕਰ ਦਿੱਤਾ। ਉਸ ਤੋਂ ਬਾਅਦ ਵਿਚਾਰਾਂ ਬਹੁਤ ਲੰਮੀਆਂ ਚੌੜੀਆਂ ਨੇ, ਮੈਂ ਸੰਖੇਪ ਜਿਹਦੇ ਵਿੱਚ ਗੱਲ ਕਰਕੇ ਮੇਨ ਆਪਣੀ ਜਿਹੜੀ ਗੱਲਬਾਤ ਹੈਗੀ ਆ ਉਸ ਤੇ ਆ ਜਾਣਾ। ਉਸ ਤੋਂ ਬਾਅਦ ਲਾਹਣਤਾਂ ਪਈਆਂ ਜਹਾਂਗੀਰ ਨੂੰ, ਜਹਾਂਗੀਰ ਬਿਮਾਰ ਹੋ ਗਿਆ। ਖੈਰ ਲੰਮੀ ਚੌੜੀ ਗੱਲਬਾਤ ਹੈ। ਉਸ ਤੋਂ ਬਾਅਦ ਉਹਦੀ ਘਰਵਾਲੀ ਨੇ ਵੀ ਆਖਿਆ ਕਿ ਤੂੰ ਭਾਈ ਇਹ ਪਾਪ ਕੀਤਾ ਹੈਗਾ, ਤੈਨੂੰ ਇਹ ਨਹੀਂ ਸੀ ਕਰਨਾ ਚਾਹੀਦਾ। ਸੋ ਗੁਰੂ ਸਾਹਿਬ ਜੀ ਨੂੰ ਰਿਹਾ ਕਰਨ ਦੇ ਹੁਕਮ ਜਦੋਂ ਉਹਨਾਂ ਨੇ ਜਾਰੀ ਕਰਤੇ ਤੇ ਉਸ ਤੋਂ ਬਾਅਦ ਕਿਹਾ ਗਿਆ ਜੀ ਤੁਸੀਂ ਰਿਹਾ। ਗੁਰੂ ਸਾਹਿਬ ਜੀ ਕਹਿੰਦੇ ਕਿ ਨਹੀਂ, ਇੰਜ ਨਹੀਂ ਵੀ ਜਿਹੜੇ ਆ 52 ਬੇਕਸੂਰ ਰਾਜੇ ਹੈਗੇ ਨੇ ਹਿੰਦੂ ਰਾਜੇ, ਇਹਨਾਂ ਨੂੰ ਵੀ ਨਾਲ ਰਿਹਾ ਕੀਤਾ ਜਾਵੇ, ਮੈਂ ਤਾਂ ਇੱਥੋਂ ਜਾਣਾ। ਜਹਾਂਗੀਰ ਕਹਿੰਦਾ ਠੀਕ ਹੈ ਜੀ, ਚਲੋ ਐਵੇਂ ਕਰ ਲਓ, ਫਿਰ ਜਿੰਨੇ ਕੁ ਜਣੇ ਤੁਹਾਡਾ ਪੱਲਾ ਫੜ ਕੇ ਬਾਹਰ ਨਿਕਲ ਆਉਣਗੇ ਉਹ ਨਿਕਲ ਆਉਣ, ਉਹ ਰਿਹਾ ਤੇ ਬਾਕੀ ਅੰਦਰ ਹੀ ਰਹਿਣਗੇ। ਹੁਣ 52 ਜਣੇ ਸੀਗੇ ਤੇ ਗੁਰੂ ਸਾਹਿਬ ਜੀ ਨੇ 52 ਕਲੀਆਂ ਵਾਲਾ ਚੋਲਾ ਸਿਲਵਾਇਆ ਔਰ ਸਾਰਿਆਂ ਨੂੰ ਇੱਕ ਇੱਕ ਕਲੀ ਕਿਹਾ ਵੀ ਤੁਸੀਂ ਪਕੜੋ, ਔਰ ਉਹ ਸਾਰੇ ਜਣੇ ਪੱਲਾ ਫੜ ਕੇ ਗੁਰੂ ਸਾਹਿਬ ਜੀ ਦਾ ਗਵਾਲੀਅਰ ਦੇ ਕਿਲੇ ਵਿੱਚੋਂ ਬਾਹਰ ਆ ਗਏ। ਸੋ ਇਸ ਤਰੀਕੇ ਦੇ ਨਾਲ ਉਹ ਸਾਰੇ ਜਣੇ ਰਿਹਾ ਹੋ ਜਾਂਦੇ ਨੇ। ਮੈਂ ਬੇਨਤੀ ਕਰਾਂ, ਵੈਸੇ ਇਹ ਇੱਕ ਵੱਖਰਾ ਔਰ ਥੋੜ੍ਹਾ ਜਿਹਾ ਵਿਵਾਦਤ ਜਿਹਾ ਮਸਲਾ ਇੱਕ ਹੈਗਾ ਸਾਡੇ ਪੰਥ ਦੇ ਵਿੱਚ, ਕਈ ਵਾਰ ਫਿਰ ਵਿਵਾਦ ਜਿਹਾ ਹੋ ਜਾਂਦਾ, ਪਰ ਮੈਂ ਬੇਨਤੀ ਕਰਾਂ ਟੁੱਕ ਮਾਤਰ ਜਿਹੀ, ਦੀਵਾਲੀ ਦਾ ਸਿੱਖ ਕੌਮ ਦੇ ਨਾਲ ਭਲਾ ਕੀ ਸੰਬੰਧ ਹੈ, ਇੱਕ ਇਹ ਸਵਾਲ ਹੈ। ਫਿਰ ਅਸੀਂ ਕਹਿੰਦੇ ਹਾਂ ਕਿ ਨਹੀਂ ਜੀ ਅਸੀਂ ਦੀਵਾਲੀ ਨਹੀਂ, ਅਸੀਂ ਤੇ ਬੰਦੀ ਛੋੜ ਦਿਵਸ ਮਨਾਉਂਦੇ ਹਾਂ, ਅਸੀਂ ਤਾਂ ਪਟਾਕੇ ਚਲਾਉਂਦੇ ਹਾਂ। ਠੀਕ ਹੈ, ਚਲੋ ਭਾਈ, ਮਤਲਬ ਕਿ ਦੀਵਾਲੀ ਨੂੰ ਤੇ ਬੰਦੀ ਛੋੜ ਦਿਵਸ ਨੂੰ ਖਿੱਚ ਕੇ ਨਾ ਇੱਦਾਂ ਦੀਵਾਲੀ ਦੇ ਲਾਗੇ ਜਿਹਾ ਕਰ ਲਿਆ, ਇੱਕ ਅੱਧਾ ਦਿਨ ਅੱਗੇ ਪਿੱਛੇ ਜਿਹਾ ਕਰਕੇ ਨਾ, ਜਾਂ ਨਾਲ ਹੀ ਰਲਾ ਲਿਆ। ਸੋ ਬਹਾਨਾ ਇਹ ਆ ਕਿ ਅਸੀਂ ਖੁਸ਼ੀ ਮਨਾਉਣੀ ਹੈ ਤੇ ਪਟਾਕੇ ਚਲਾਉਣੇ, ਮੁੱਖ ਦੀ ਗੱਲ ਇਹ ਹੈ। ਪਰ ਮੈਂ ਕਹਿੰਦਾ ਜਿਹਨੇ ਪਟਾਕੇ ਚਲਾਉਣੇ ਚਲਾਓ ਭਾਈ, ਕੌਣ ਰੋਕਦਾ ਤੁਹਾਨੂੰ? ਰੋਕ ਹੀ ਨਹੀਂ ਸਕਦਾ। ਜਿੰਨਾ ਮਰਜ਼ੀ ਧੂਆਂ ਨਾਸਾਂ ਦੇ ਵਿੱਚ ਕਰੋ ਸਾਰੇ ਇਲਾਕੇ ਦੇ, ਪਰ ਗੱਲ ਇਹ ਆ ਬਈ ਇਤਿਹਾਸ ਦੇ ਨਾਲ ਛੇੜਛਾੜ ਕਰਕੇ, ਉਹ ਵੀ ਗੁਰ ਇਤਿਹਾਸ ਦੇ ਨਾਲ ਛੇੜਛਾੜ ਕਰਕੇ, ਜਿਹੜੇ ਉਹ ਅਨਮਤੀ ਜਾਂ ਮਨਮਤੀ ਤਿਉਹਾਰ ਨੇ ਉਹਨਾਂ ਦੇ ਨਾਲ ਇੱਦਾਂ ਰਲਾ ਕੇ ਤੇ ਮਿਲਗੋਭਾ ਜਿਹਾ ਕਰਨ ਦੀ ਇੱਦਾਂ ਕੋਸ਼ਿਸ਼ ਤਾਂ ਨਾ ਕਰੋ ਨਾ, ਇਹ ਗੁਨਾਹ ਹੈ। ਇਸ ਗੁਨਾਹ ਦੇ ਤੋਂ ਤਾਂ ਬਚਿਆ ਜਾਣਾ ਚਾਹੀਦਾ ਹੈ ਨਾ। ਹੁਣ ਚਲੋ ਗੱਲ ਕਰਦੇ ਆ ਵੀ ਜਿਹਨਾਂ ਨੂੰ ਇਹ ਲੱਗਦਾ ਕਿ ਨਹੀਂ ਇਹ ਇੱਦਾਂ ਹੀ ਆ,
ਵੀ ਇਹਨਾਂ ਦਿਨਾਂ ਵਿੱਚ ਹੀ ਜਾਂ ਇਸੇ ਹੀ ਦਿਨ ਗੁਰੂ ਸਾਹਿਬ ਜੀ ਰਿਹਾ ਹੋਣ ਤੋਂ ਬਾਅਦ ਦਰਬਾਰ ਅੰਮ੍ਰਿਤਸਰ ਪਹੁੰਚੇ ਸੀਗੇ ਦਰਬਾਰ ਸਾਹਿਬ, ਤੇ ਇਸ ਖੁਸ਼ੀ ਦੇ ਵਿੱਚ ਦੀਪਮਾਲਾ ਕੀਤੀ ਜਾਂਦੀ ਹੈ। ਜੇ ਆਪਾਂ ਚਲੋ ਇਦਾਂ ਮੰਨ ਵੀ ਲੈਂਦੇ ਹਾਂ ਜਿਨ੍ਹਾਂ ਨੂੰ ਇਹ ਲੱਗਦਾ, ਮੈਂ ਬੇਨਤੀ ਕਰਾਂ ਆ ਕੇਵਲ 37 ਵਰੇ ਪਹਿਲਾਂ, ਅੱਜ ਤੋਂ 37 ਵਰੇ ਪਹਿਲਾਂ ਸਿੱਖਾਂ ਦਾ ਕਤਲੇਆਮ ਹੁੰਦਾ ਹੈਗਾ, ਦਿੱਲੀ ਹੀ ਨਹੀਂ ਦਿੱਲੀ ਤੋਂ ਵੱਖ-ਵੱਖ ਹੋਰ ਸ਼ਹਿਰਾਂ ਦੇ ਵਿੱਚ ਵੀ। ਤਾਂ ਫਿਰ ਉਹ ਜਿਹੜੀ ਖੁਸ਼ੀ ਹੈ, ਮੈਂ ਪੁੱਛਣਾ ਚਾਹੁੰਦਾ ਹੈ ਕਿ ਉਸ ਵੇਲੇ ਫਿਰ ਉਹ ਖੁਸ਼ੀ ਫਿੱਕੀ ਨਹੀਂ ਹੁੰਦੀ ਹੈਗੀ। ਅਸਲ ਦੇ ਵਿੱਚ ਗੱਲ ਕੋਈ ਨਹੀਂ ਹੈਗੀ, ਗੱਲ ਸਿਰਫ ਤੇ ਸਿਰਫ ਇਹ ਆ ਬਹਾਨਾ ਚਾਹੀਦਾ ਕਿ ਆਪਾਂ ਖੌਰੂ ਕਿੱਦਾਂ ਪਾਉਣਾ, ਆਪਾਂ ਖੁਸ਼ੀ ਕਿੱਦਾਂ ਮਨਾਉਣੀ ਹੈ, ਆਪਾਂ ਦੁੱਖ ਵਾਲੀ ਗੱਲ ਤੋਂ ਭੱਜਦੇ ਹਾਂ ਜਾਂ ਡਰਦੇ ਹਾਂ, ਜਾਂ ਅਸੀਂ ਜਿਹੜੀ ਖੁਸ਼ੀ ਆ ਜਿਹੜੇ ਪਟਾਕੇ ਚਲਾਉਣੇ ਚਾਹੁੰਦੇ ਆ, ਅਸੀਂ ਇਹ ਨਹੀਂ ਚਾਹੁੰਦੇ ਹੈਗੇ ਕਿ ਸਾਨੂੰ ਪਟਾਕੇ ਚਲਾਉਣ ਦਾ ਕਿਤੇ ਮੌਕਾ ਜਾਂ ਸਬਬ ਨਾ ਬਣੇ, ਅਸੀਂ ਇੱਦਾਂ ਚਾਹੁੰਦੇ ਹਾਂ। ਸੋ ਅਸੀਂ ਇਹ ਜਿਹੜੀਆਂ ਖੁਸ਼ੀਆਂ ਨੇ ਅਸੀਂ ਉਹਨਾਂ ਦੇ ਵਿੱਚ ਗਲਤਾਨ ਹੋਣਾ ਚਾਹੁੰਦੇ ਹਾਂ ਵੀ ਵੱਖ-ਵੱਖ ਢੰਗ ਤਰੀਕਿਆਂ ਨਾਲ ਢੋਲ ਢਮੱਕੇ ਵੱਜਣ ਤੇ ਇਹ ਹੋਵੇ ਤੇ ਉਹ ਹੋਵੇ। ਸੋ ਇਸ ਕਰਕੇ ਮੈਂ ਥੋੜੀ ਜਿਹੀ ਗੱਲ ਕੀਤੀ ਹੈਗੀ ਆ, ਪਰ ਚਲੋ ਖੈਰ ਆਪਾਂ ਫਿਰ ਆਪਣੀ ਗੱਲ ਦੇ ਉੱਪਰ ਆਉਂਦੇ, ਆਪਣੇ ਮੁੱਦੇ ਤੇ ਆਉਂਦੇ ਆ। ਜੇ ਇੱਦਾਂ ਮੰਨ ਵੀ ਲਿਆ ਜਾਵੇ ਕਿ ਇਸੇ ਹੀ ਦਿਨ ਜਾਂ ਇਹਨਾਂ ਦਿਨਾਂ ਦੇ ਵਿੱਚ ਗੁਰੂ ਸਾਹਿਬ ਜੀ ਰਿਹਾ ਹੋਣ ਤੋਂ ਬਾਅਦ ਦਰਬਾਰ ਸਾਹਿਬ ਪਹੁੰਚੇ ਅਤੇ ਇਸ ਖੁਸ਼ੀ ਦੇ ਵਿੱਚ ਦੀਪਮਾਲਾ ਕੀਤੀ ਜਾਂਦੀ ਹੈ, ਤੇ ਇਸ ਖੁਸ਼ੀ ਦੇ ਵਿੱਚ ਪੂਰੀ ਦੀ ਪੂਰੀ ਸਿੱਖ ਕੌਮ ਦੀਵਾਲੀ ਮਨਾਉਂਦੀ ਹੈ ਜਾਂ ਬੰਦੀ ਛੋੜ ਦਿਵਸ ਮਨਾਉਂਦੀ ਹੈ, ਤੇ ਖੂਬ ਪਟਾਕੇ ਚਲਾਉਂਦੇ ਆ ਤੇ ਖੂਬ ਮਠਿਆਈਆਂ ਵੰਡਦੇ ਆ। ਠੀਕ ਹੈ, ਚਲੋ ਚੰਗੀ ਗੱਲ ਹੈ। ਔਰ ਅਸੀਂ ਮਾਣ ਦੇ ਨਾਲ ਇਹ ਵੀ ਗੱਲ ਕਹਿੰਦੇ ਆ ਕਿ ਗੁਰੂ ਸਾਹਿਬ ਜੀ ਜਿੱਥੇ ਆਪ ਰਿਹਾ ਹੋਏ, ਗੁਰੂ ਸਾਹਿਬ ਜੀ ਨੇ ਉਹਨਾਂ 52 ਹਿੰਦੂ ਰਾਜਿਆਂ ਨੂੰ ਵੀ ਅੰਦਰ ਨਹੀਂ ਰਹਿਣ ਦਿੱਤਾ, ਉਹਨਾਂ ਨੂੰ ਵੀ ਕਿਸੇ ਤਰੀਕੇ ਨਾਲ ਬਿੱਧ ਬਣਾ ਕੇ ਕੋਈ ਬਹਾਨਾ ਬਣਾ ਕੇ ਭਈ ਕਿੰਨਾ ਵਧੀਆ ਇੱਕ ਬਹਾਨਾ ਗੁਰੂ ਸਾਹਿਬ ਜੀ ਨੇ ਮੁੱਕਦੀ ਗੱਲ ਇਹ ਆ ਵੀ ਉਹਨਾਂ ਨੂੰ ਵੀ ਨਾਲ ਰਿਹਾ ਕਰਵਾਇਆ। ਬੇਨਤੀ ਕਰਾਂ ਇਹ ਗੱਲ ਅਸੀਂ ਕਹਿੰਦੇ ਆ, ਪਰ ਜਿਹੜੇ ਉਹਨਾਂ ਦੇ ਵਾਰਸ ਨੇ, ਮੈਂ 2-4 ਗੱਲਾਂ ਉਹਨਾਂ ਦੇ ਨਾਲ ਕਰਨ ਵਾਸਤੇ ਰੂਬਰੂ ਹੋਇਆ ਉਹਨਾਂ ਦੇ, ਖਾਸ ਕਰਕੇ ਭਈ ਤੁਸੀਂ ਉਹ ਜਿਹੜਾ ਦਿਨ ਹੈਗਾ ਕਿ ਉਹ ਨਹੀਂ ਮਨਾਉਂਦੇ, ਕਿ ਤੁਹਾਨੂੰ ਇਸ ਗੱਲ ਦੀ ਖੁਸ਼ੀ ਨਹੀਂ ਹੈਗੀ ਕਿ ਗੁਰੂ ਸਾਹਿਬ ਜੀ ਨੇ ਤੁਹਾਡੇ ਪੁਰਖੇ ਉਹਨਾਂ ਰਾਜਿਆਂ ਨੂੰ ਰਿਹਾ ਕਰਵਾਇਆ ਸੀਗਾ। ਸੋ ਤੁਸੀਂ ਇਸ ਖੁਸ਼ੀ ਦੇ ਵਿੱਚ ਸਿੱਖਾਂ ਦੇ ਨਾਲ ਕਿਉਂ ਨਹੀਂ ਸ਼ਰੀਕ ਹੁੰਦੇ? ਤੁਸੀਂ ਕਿਉਂ ਨਹੀਂ ਮੁਬਾਰਕ ਦਿੰਦੇ ਕਿ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ ਵੀ ਸਾਡਿਆਂ ਪੁਰਖਿਆਂ ਨੂੰ ਗੁਰੂ ਸਾਹਿਬ ਜੀ ਨੇ ਰਿਹਾ ਕਰਵਾਇਆ ਸੀਗਾ? ਸੋ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਸਿੱਖਾਂ ਦੇ ਜਾਂ ਸਿੱਖ ਕੌਮ ਦੇ ਦੁੱਖ ਦੇ ਵਿੱਚ ਸ਼ਰੀਕ ਹੋਣਾ, ਕੇਵਲ 37 ਵਰੇ ਪਹਿਲਾਂ ਮੈਂ ਨਵੰਬਰ 1984 ਦੀ ਗੱਲ ਕਰਦਾ, ਜਾਂ ਇਸ ਤੋਂ ਇਲਾਵਾ ਹੋਰ ਜਿਹੜੇ ਦੁੱਖ ਹੈਗੇ ਨੇ ਉਹਨਾਂ ਦੁੱਖਾਂ ਦੇ ਵਿੱਚ ਸ਼ਰੀਕ ਹੋਣਾ ਤਾਂ ਇੱਕ ਵੱਡੀ ਗੱਲ ਹੈ, ਬੜੀ ਦੂਰ ਦੀ ਗੱਲ ਹੈ। ਪਰ ਜਿਹੜਾ ਸੁੱਖ ਸਿੱਖ ਕੌਮ ਦੀ ਵਜ੍ਹਾ ਕਰਕੇ ਮਿਲਿਆ ਹੋਵੇ, ਗੁਰੂ ਸਾਹਿਬਾਨਾਂ ਦੀ ਵਜ੍ਹਾ ਕਰਕੇ ਮਿਲਿਆ ਹੋਵੇ, ਉਸ ਸੁੱਖ ਨੂੰ ਵੀ ਜੇ ਉਹ ਸੈਲੀਬ੍ਰੇਟ ਇਸ ਤਰੀਕੇ ਦੇ ਨਾਲ ਨਾ ਕਰਨ ਕਿ ਪਾਤਸ਼ਾਹ ਜੀ ਤੁਹਾਡੀ ਬਦੌਲਤ ਸਾਡੇ ਪੁਰਖੇ ਰਿਹਾ ਹੋਏ ਸੀਗੇ, ਤੁਹਾਡੀ ਬਦੌਲਤ ਸਾਡੇ ਪੁਰਖਿਆਂ ਨੂੰ ਇੱਕ ਨਵੀਂ ਜ਼ਿੰਦਗੀ ਮਿਲੀ ਸੀਗੀ, ਤੁਹਾਡਾ ਬਹੁਤ-ਬਹੁਤ ਧੰਨਵਾਦ, ਤੁਹਾਡਾ ਬਹੁਤ-ਬਹੁਤ ਸ਼ੁਕਰਾਨਾ। ਕਿਉਂ ਨਹੀਂ ਹੁੰਦੇ? ਇੱਕ ਸਵਾਲ ਆ, ਮੇਰੇ ਦਿਮਾਗ ਦੇ ਵਿੱਚ ਘੁੰਮਦਾ ਹੈਗਾ, ਇਹਦਾ ਜਵਾਬ ਮੈਂ ਜਿੰਨੇ ਵੀ ਸੱਜਣ ਗੱਲਬਾਤ ਨੂੰ ਸੁਣ ਰਹੇ ਨੇ ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਤੁਸੀਂ ਵੀ ਜਵਾਬ ਦੇਣ ਦੀ ਜ਼ਰੂਰ ਕੋਸ਼ਿਸ਼ ਕਰਿਓ, ਬੜੇ ਢੁਕਵੇਂ ਤੇ ਬੜੇ ਸਤਿਕਾਰਯੋਗ ਸ਼ਬਦਾਂ ਦੇ ਵਿੱਚ। ਔਰ ਜਿਹੜੇ ਉਹਨਾਂ ਦੇ ਵਾਰਸ ਨੇ ਜੇ ਉਹ ਮੇਰੀ ਗੱਲ ਨੂੰ ਸੁਣਦੇ ਹੋਣ ਤਾਂ ਉਹ ਵੀ ਜ਼ਰੂਰ ਜਵਾਬ ਦੇਣ ਦੀ ਕੋਸ਼ਿਸ਼ ਕਰਨ। ਬੇਨਤੀ ਕਰਾਂ ਪਹਿਲੇ ਪਾਤਸ਼ਾਹ ਜੀ ਤੋਂ ਲੈ ਕੇ 10ਵੇਂ ਪਾਤਸ਼ਾਹ ਜੀ ਤੱਕ ਔਰ ਉਸ ਤੋਂ ਬਾਅਦ ਗੁਰੂ ਕੇ ਪਿਆਰੇ ਸਿੰਘਾਂ ਨੇ ਵੀ ਵੱਡੀਆਂ ਕੁਰਬਾਨੀਆਂ ਕੀਤੀਆਂ ਨੇ ਔਰ ਤੁਹਾਡੀ ਸਾਰਾ ਕੁਝ ਕਰਦੇ ਰਹੇ ਨੇ ਬਿਨਾਂ ਇਸ ਗੱਲ ਦੇ ਭੇਦਭਾਵ ਤੋਂ ਕਿ ਕੌਣ ਸਿੱਖ ਹੈ, ਕੌਣ ਹਿੰਦੂ ਹੈ, ਕੌਣ ਮੁਸਲਮਾਨ ਹੈ। ਉਹ ਖੜਦੇ ਰਹੇ ਨੇ, ਸਾਰਿਆਂ ਨਾਲ ਖੜਦੇ ਰਹੇ ਨੇ, ਤੁਹਾਡੇ ਨਾਲ ਵੀ ਖੜਦੇ ਰਹੇ ਨੇ, ਸਾਰਿਆਂ ਨਾਲ ਖੜਦੇ ਰਹੇ ਨੇ। ਗੁਰੂ ਸਾਹਿਬ ਜੀ ਨੇ ਜੇ ਬਾਬਰ ਨੂੰ ਜਾਬਰ ਆਖਿਆ ਸੀਗਾ, ਆਪਾਂ ਸਾਰੇ ਜਾਣਦੇ ਹਾਂ, ਜੇ ਗੁਰੂ ਸਾਹਿਬ ਜੀ ਨੇ ਆਖਿਆ ਸੀਗਾ ਤਾਂ ਕੀ ਆਪਾਂ ਮੁੱਲ ਪਾਉਂਦੇ ਹਾਂ? ਆਪਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਜੇ ਧਰਮ ਸਾਡਾ ਜੇ ਕੋਈ ਧਰਮ ਬਚਾਉਣ ਦੇ ਵਾਸਤੇ ਸ਼ਹਾਦਤ ਦਿੰਦਾ ਹੈਗਾ ਤੇ ਅਸੀਂ ਤਾਂ ਉਹਦੇ ਪੈਰ ਧੋ ਪੀਂਦੇ ਹਾਂ, ਪਰ ਕਿੰਨੇ ਕੁ ਅਸੀਂ ਪੀਂਦੇ ਹਾਂ ਜੀ? ਆਪਾਂ ਉਸ ਦਿਨ ਨੂੰ ਕਿੰਨਾ ਕੁ ਚੇਤੇ ਕਰਦੇ ਹਾਂ ਕਿ ਗੁਰੂ ਸਾਹਿਬ ਜੀ ਦੀ ਬਦੌਲਤ, ਗੁਰੂ ਤੇਗ ਬਹਾਦਰ ਜੀ ਦੀ ਬਦੌਲਤ ਅੱਜ ਸਾਡਾ ਧਰਮ ਬਚਿਆ ਹੋਇਆ ਔਰ ਅਸੀਂ ਜਿਉਂਦੇ। ਇੰਨੇ ਜ਼ਿਆਦਾ ਕਿਰਤ ਘਣ ਆਪਾਂ ਕਿਉਂ ਆ? ਮੈਂ ਬੜੇ ਪਿਆਰ ਜਿਹੇ ਦੇ ਨਾਲ ਇਹ ਸਵਾਲ ਪੁੱਛਣਾ ਚਾਹੁੰਦਾ ਔਰ ਅੰਦਰ ਮੇਰੇ ਦੁੱਖ ਵੀ ਹੈਗਾ ਕਿ ਮੈਂ ਦੁਖੀ ਮਨ ਦੇ ਨਾਲ ਵੀ ਸਵਾਲ ਪੁੱਛਣਾ ਚਾਹੁੰਦਾ ਕਿ ਆਪਾਂ ਇੰਨੇ ਜ਼ਿਆਦਾ ਅਕਿਰਤ ਘਣ ਜਿਹੇ ਕਿਉਂ ਆ? ਮੈਂ ਨਹੀਂ ਕਹਿੰਦਾ ਕਿ ਉਹਨਾਂ ਨੇ ਕੋਈ ਅਹਿਸਾਨ ਕੀਤਾ ਹੈਗਾ ਇਸ ਕਰਕੇ ਕੀਤਾ ਹੋਊਗਾ ਕਿ ਮੇਰੇ ਕੱਲ੍ਹ ਨੂੰ ਗੁਣ ਗਾਇਨ ਕਰਨ, ਪਰ ਵੈਸੇ ਇੱਕ ਮਨ ਦੇ ਵਿੱਚ ਇੱਕ ਸਤਿਕਾਰ ਜਿਹੀ ਦੀ ਭਾਵਨਾ ਤੇ ਹੁੰਦੀ ਹੈ ਨਾ, ਜਿੱਥੇ ਹੋਰ ਬਹੁਤ ਸਾਰੀਆਂ ਪੋਸਟਾਂ ਸ਼ੇਅਰ ਕੀਤੀਆਂ ਜਾ ਸਕਦੀਆਂ ਹੁੰਦੀਆਂ ਨੇ। ਅੱਜ ਸੋਸ਼ਲ ਮੀਡੀਆ ਦਾ ਯੁੱਗ ਹੈ, ਵੱਡੇ ਲੇਖ ਛਾਪੇ ਜਾ ਸਕਦੇ ਹੁੰਦੇ ਨੇ, ਵੱਡੀਆਂ ਸਟੇਟਮੈਂਟਸ ਅਖਬਾਰਾਂ ਦੇ ਵਿੱਚ ਦਿੱਤੀਆਂ ਜਾ ਸਕਦੀਆਂ ਹੁੰਦੀਆਂ ਨੇ। ਉਹਨਾਂ ਰਾਜਿਆਂ ਦੇ ਵਾਰਸ ਅੱਜ ਵੀ ਕੋਈ ਹੈਗੇ ਨੇ ਨਾ, ਕੋਈ MP ਹੋਏਗਾ, ਕੋਈ MLA ਹੋਏਗਾ, ਕੋਈ ਕੁਛ ਹੋਏਗਾ, ਕੋਈ ਪ੍ਰਧਾਨ ਮੰਤਰੀ ਹੋਏਗਾ, ਕੋਈ ਮੁੱਖ ਮੰਤਰੀ ਹੋਏਗਾ ਕਿਸੇ ਸੂਬੇ ਦਾ। ਜੇ ਹੋਰ ਨਹੀਂ ਕੁਛ ਤਾਂ ਕਿਸੇ ਦਾ ਕੋਈ ਵੱਡਾ ਘਰਾਣਾ ਹੋਏਗਾ, ਕਿਸੇ ਦਾ ਵੱਡਾ ਘਰਾਣਾ ਨਹੀਂ, ਜਿਹੜੇ ਉਹਨਾਂ ਦੇ ਗਾਂਹ ਜਿਹੜੇ ਉਹਨਾਂ ਦੇ ਵਾਰਸ ਹੋਣਗੇ, ਉਹਨਾਂ ਦੇ ਧਰਮ ਦੇ ਨਾਲ ਗਾਂਹ ਰਿਲੇਟਡ ਹੋਣਗੇ, ਉਹਨਾਂ ਦਾ ਜੇ ਕੁਛ ਵੀ ਨਹੀਂ ਹੈਗਾ, ਕੋਈ ਮਾੜਾ ਮੋਟਾ ਕੋਈ ਮਾਮੂਲੀ ਭਾਵੇਂ ਕੋਈ ਸਾਈਕਲਾਂ ਨੂੰ ਪੈਂਚਰ ਹੀ ਲਾਉਂਦਾ ਹੋਊਗਾ, ਜੇਬ ਦੇ ਵਿੱਚ ਮੋਬਾਈਲ ਤਾਂ ਹੈਗਾ ਹੀ ਆ ਨਾ ਹਰ ਇੱਕ ਕਿਸੇ ਦੇ। ਮੈਂ ਹਰ ਇੱਕ ਨੂੰ ਪੁੱਛਣਾ ਚਾਹੁੰਦਾ ਜਿਹੜੇ ਉਹਨਾਂ ਦੇ ਵਾਰਸ ਨੇ,
ਵੀ ਤੁਸੀਂ ਇਸ ਸਾਰੀਆਂ ਗੱਲਾਂ ਦੇ ਵਿੱਚ ਕਿਉਂ ਨਹੀਂ ਸ਼ਮੂਲੀਅਤ ਕਰਦੇ। ਸਿੱਖ ਕੌਮ ਦੇ ਦਰਦ ਦੇ ਵਿੱਚ ਤੇ ਸਿੱਖ ਕੌਮ ਦੀ ਪੀੜਾ ਦੇ ਵਿੱਚ ਸ਼ਰੀਕ ਹੋਣਾ ਨਾਲ ਬਰਾਬਰ, ਉਹ ਤੇ ਚਲੋ ਦੂਰ ਦੀ ਗੱਲ ਹੋ ਗਈ। ਜਿਹੜੀ ਖੁਸ਼ੀ ਸਿੱਖਾਂ ਜਾਂ ਸਿੱਖ ਗੁਰੂ ਸਾਹਿਬਾਨਾਂ ਦੀ ਬਦੌਲਤ ਮਿਲੀ ਹੈ, ਉਸ ਖੁਸ਼ੀ ਦੇ ਸਤਿਕਾਰ ਵਜੋਂ 2-4 ਲਫ਼ਜ਼ ਵੀ ਕਿਉਂ ਲਿਖ ਕੇ ਨਹੀਂ ਸ਼ੇਅਰ ਕਰਦੇ ਹੁੰਨੇ, ਇਹਦਾ ਜਵਾਬ ਮੈਂ ਜਾਣਨਾ ਚਾਹੁੰਦਾ। ਬੜੇ ਹੀ ਪਿਆਰ ਔਰ ਬੜੇ ਸਤਿਕਾਰ ਦੇ ਨਾਲ ਦੇਣ ਦੀ ਕਿਰਪਾਲਤਾ ਕਰਨੀ। ਬਹੁਤ ਬਹੁਤ ਧੰਨਵਾਦ।